प्यारे बच्चों, ਅੱਜ ਅਸੀਂ ਨਕਸ਼ੇ ਦੀ ਮਦਦ ਦੇ ਨਾਲ ਆਪਣੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਸਾਹਮਣੇ ਬੱਚਿਓ ਜੋ ਤੁਹਾਨੂੰ ਨਕਸ਼ਾ ਨਜ਼ਰ ਆ ਰਿਹਾ ਹੈ, ਇਹ ਸਾਰੇ ਵਿਸ਼ਵ ਦਾ ਨਕਸ਼ਾ ਹੈ ਔਰ ਵਿਸ਼ਵ ਦੇ ਨਕਸ਼ੇ ਦੇ ਵਿੱਚ ਇਹ ਸਾਡਾ ਭਾਰਤ ਹੈ, ਜਿੱਥੇ ਮੇਰਾ ਕਰਸਰ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਹ ਸਾਡੇ ਭਾਰਤ ਦਾ ਨਕਸ਼ਾ ਹੈ। ਜਿੱਥੇ ਜਿੱਥੇ ਹੁਣ ਇਹ ਕਰਸਰ ਜਾ ਰਿਹਾ ਹੈ, ਇਹ ਸਾਰਾ ਸਾਡਾ ਜਿਹੜਾ ਹੈ ਏਸ਼ੀਆ ਹੈ ਔਰ ਏਸ਼ੀਆ ਦੇ ਦੱਖਣ ਦੇ ਵਿੱਚ ਅਸੀਂ ਦੇਖਦੇ ਹਾਂ ਸਾਡਾ ਭਾਰਤ ਜਿਹੜਾ ਪੈਂਦਾ ਹੈ। ਤਾਂ ਬੱਚਿਓ, ਅਸੀਂ ਆਪਣੀ ਕਲਾਸ ਦੇ ਸ਼ੁਰੂਆਤੀ ਜਿਹੜੇ ਲੈਸਨ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਪਾਠ ਜਿਹੜਾ ਹੈ ਸਾਡਾ ਉਹ ਸਿੰਧੂ ਘਾਟੀ ਦੀ ਸੱਭਿਅਤਾ ਦਾ ਹੈਗਾ ਔਰ ਇਹਨਾਂ ਲੈਸਨ ਦੇ ਵਿੱਚ ਜਿਹੜੀਆਂ ਸੱਭਿਅਤਾਵਾਂ ਦਾ ਜ਼ਿਕਰ ਆਉਂਦਾ ਹੈ ਉਹਦੇ ਬਾਰੇ ਅਸੀਂ ਇਸ ਨਕਸ਼ੇ ਦੇ ਵਿੱਚ ਦੇਖਾਂਗੇ। ਸਾਡੇ ਇਸ ਭਾਰਤ ਦੇ ਵਿੱਚ ਇਹ ਜਿਹੜੀ ਜਗ੍ਹਾ ਹੈਗੀ ਹੈ, ਇੰਨੇ ਹਿੱਸੇ ਦੇ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਦਾ ਜਿਹੜਾ ਹੈ ਉਥਾਨ ਹੋਇਆ ਸੀ ਉਸ ਸਮੇਂ। ਔਰ ਇਸ ਤੋਂ ਬਾਅਦ ਇਹ ਸਾਊਦੀ ਅਰਬ ਦਾ ਨਕਸ਼ਾ ਹੈ, ਅਰਬੀਅਨ ਕੰਟਰੀਜ਼ ਬੋਲਦੇ ਨੇ। ਔਰ ਇਸ ਜਗ੍ਹਾ ਤੇ ਇਸ ਵਾਲੇ ਹਿੱਸੇ ਦੇ ਵਿੱਚ ਮੈਸੋਪੋਟਾਮੀਆ ਦੀ ਸੱਭਿਅਤਾ ਜਿਹੜੀ ਹੋਈ ਹੈ, ਇੱਥੇ ਜਿਹੜੀ ਸੀਗੀ ਸਿੰਧੂ ਘਾਟੀ ਦੀ ਸੱਭਿਅਤਾ ਔਰ ਇੱਥੇ ਹੋਈ ਮੈਸੋਪੋਟਾਮੀਆ ਦੀ ਸੱਭਿਅਤਾ। ਔਰ ਇਸ ਦੇ ਨਾਲ ਹੀ ਇਹ ਵਾਲਾ ਇਲਾਕਾ ਜਿਹੜਾ ਹੈ ਇਹ ਅਫਰੀਕਾ ਕੰਟੀਨੈਂਟ ਹੈ, ਅਫਰੀਕਾ ਮਹਾਦੀਪ ਹੈ। ਔਰ ਇਹਨਾਂ ਜਿਹੜਾ ਇਲਾਕਾ ਹੈ ਇੱਥੇ ਹੋਈ ਹੈ ਜਿਹੜੀ ਸੱਭਿਅਤਾ, ਉਹਨੂੰ ਆਪਾਂ ਦੋ ਨਾਵਾਂ ਦੇ ਨਾਲ ਪੁਕਾਰਦੇ ਹਾਂ, ਕਿਉਂਕਿ ਇਹ ਮਿਸਰ ਦੀ ਸੱਭਿਅਤਾ ਸੀ। ਇਹ ਮਿਸਰ ਦਾ ਇਲਾਕਾ ਹੈ, ਇਸ ਕਰਕੇ ਇਹਨੂੰ ਮਿਸਰ ਦੀ ਸੱਭਿਅਤਾ ਵੀ ਆਖਦੇ ਹਾਂ। ਔਰ ਦੂਸਰਾ ਇਹਦਾ ਇੱਕ ਨਾਮ ਹੋਰ ਹੈ, ਉਹ ਕਿਉਂਕਿ ਇੱਥੇ ਇੱਕ ਨਦੀ ਵਗਦੀ ਹੈ, ਨੀਲ ਨਦੀ, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਹੈ, ਇਸ ਕਰਕੇ ਇਹਨੂੰ ਨੀਲ ਨਦੀ ਦੀ ਸੱਭਿਅਤਾ ਵੀ ਕਿਹਾ ਜਾਂਦਾ ਹੈ। ਨੀਲ ਨਦੀ ਦੀ ਸੱਭਿਅਤਾ ਇਹ ਸਾਡੇ ਭਾਰਤ ਦੇ ਉੱਪਰ ਜਿਹੜਾ ਹੈ ਇਹ ਚੀਨ ਹੈ। ਤੋ ਇਸ ਥਾਂ ਤੇ ਜਿਹੜੀ ਪਨਪੀ ਹੈ ਇਸ ਇਲਾਕੇ ਦੇ ਵਿੱਚ, ਇੱਥੇ ਹੋਈ ਸੀ ਚੀਨ ਦੀ ਸੱਭਿਅਤਾ। ਤੋ ਬੱਚਿਓ, ਸਾਡੇ ਸਮਝ ਦੇ ਮੁਤਾਬਕ ਇਹ ਜਿਹੜੀਆਂ ਸੱਭਿਅਤਾਵਾਂ ਨੇ ਉਸ ਸਮੇਂ ਦੀਆਂ, ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈਗੀਆਂ ਨੇ। ਔਰ ਇਹਨਾਂ ਵਿੱਚੋਂ ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀ ਸਾਡੇ ਦੇਸ਼ ਦੇ ਵਿੱਚ ਸੀ, ਉਹਨਾਂ ਦਾ ਵਪਾਰ ਇਸ ਬਾਕੀ ਸੱਭਿਅਤਾ ਦੇ ਨਾਲ ਜਿਹੜਾ ਹੈ ਹੁੰਦਾ ਸੀ, ਸਮੁੰਦਰ ਰਸਤੇ ਵੀ ਔਰ ਜਿਹੜਾ ਹੈ ਥਲ ਰਸਤੇ ਵੀ ਹੁੰਦਾ ਸੀ। ਹੁਣ ਜਦੋਂ ਇਹ ਸੱਭਿਅਤਾ ਹੋਈ ਹੈ, ਇਹਨਾਂ ਸੱਭਿਅਤਾਵਾਂ ਦਾ ਜਿਹੜਾ ਹੌਲੀ ਹੌਲੀ ਦੇਖੋ, ਅਸੀਂ ਦੇਖਿਆ ਸੀਗਾ ਕਿ ਇਹ ਸੱਭਿਅਤਾ ਜਿਹੜੀ ਹੈ 2250 ਤੋਂ ਲੈ ਕੇ ਤੇ 1750 ਤੱਕ ਜਿਹੜੀ ਹੈ ਲਗਭਗ ਚੱਲੀ ਹੈ। ਅਗਰ ਇਸ ਦਾ ਸਮਾਂ ਦੇਖੀਏ ਤਾਂ ਲਗਭਗ ਜਿਹੜਾ ਹੈ 500 ਸਾਲ ਦਾ ਬਣਦਾ ਹੈ। ਯਾਨੀ ਕਿ 500 ਸਾਲ ਤੱਕ ਜਿਹੜੇ ਨੇ ਇਹ ਲੋਕ, ਯਾਨੀ ਕਿ ਇਹ ਸੱਭਿਅਤਾਵਾਂ ਇੱਥੇ ਰਹੀਆਂ। ਉਸ ਤੋਂ ਬਾਅਦ ਸਿੰਧੂ ਘਾਟੀ ਦੀ ਆਪਾਂ ਗੱਲ ਕਰੀਏ ਤੇ ਇਹ ਸੱਭਿਅਤਾ ਕਿੱਥੇ ਅਲੋਪ ਹੋ ਗਈ, 500 ਸਾਲ ਤੋਂ ਬਾਅਦ ਇਹ ਕਿੱਥੇ ਚਲੀ ਗਈ। ਤੋ ਅਸੀਂ ਆਪਣੇ ਜਿਹੜਾ ਹੈ ਪਾਠਾਂ ਦੇ ਵਿੱਚ ਇਹਦੇ ਬਾਰੇ ਪੂਰਾ ਜ਼ਿਕਰ ਕਰ ਰਹੇ ਹਾਂ। ਔਰ ਇਸ ਤੋਂ ਬਾਅਦ ਜਿਹੜੀ ਅਗਲੀ ਸੱਭਿਅਤਾ ਆਂਦੀ ਹੈ ਸਾਡੇ ਕੋਲ, ਉਹ ਹੈਗੀ ਹੈ ਆਰੀਆ ਸੱਭਿਅਤਾ, ਆਰੀਆ ਦੀ ਸੱਭਿਅਤਾ, ਆਰੀਆ ਲੋਕਾਂ ਦੀ ਸੱਭਿਅਤਾ। ਤੋ ਆਰੀਅਨ ਲੋਕ ਜਿਹੜੇ ਸੱਭਿਅਤਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿੱਥੋਂ ਆਏ ਨੇ, ਤਾਂ ਉਹਨਾਂ ਦੇ ਬਾਰੇ ਵੀ ਆਪਾਂ ਜ਼ਿਕਰ ਕਰਦੇ ਹਾਂ। ਇਹ ਜਿਹੜੇ ਆਰੀਅਨ ਲੋਕ ਨੇ, ਇਹ ਦੇਖੋ ਇੱਥੇ ਤਾਂ ਰਹਿੰਦੇ ਸੀਗੇ ਸਿੰਧ ਘਾਟੀ ਦੇ ਲੋਕ, ਪਰ ਆਰੀਅਨਸ ਜਿਹੜੇ ਨੇ ਕਿੱਥੋਂ ਆਏ ਨੇ ਉਹਦੇ ਬਾਰੇ ਅਸੀਂ ਅਲੱਗ-ਅਲੱਗ ਜਿਹੜੇ ਹੈ ਵਿਚਾਰ ਜਾਂ ਸਿਧਾਂਤ ਜਿਹੜੇ ਪੜ੍ਹਦੇ ਹੈਗੇ ਆ। ਔਰ ਜਿਹੜਾ ਇੱਕ ਸਿਧਾਂਤ ਆਂਦਾ ਹੈ ਅਖੀਰ ਦੇ ਵਿੱਚ, ਜਿਹੜਾ ਕਿ ਮੈਕਸ ਮੂਲਰ ਦੁਆਰਾ ਪ੍ਰਤੀਪਾਦਿਤ ਕੀਤਾ ਗਿਆ ਹੈ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੇ ਆਰੀਅਨਸ ਲੋਕ ਨੇ ਇਹ ਸੈਂਟਰਲ ਏਸ਼ੀਆ ਤੋਂ ਆਏ ਸੀ। ਤੋ ਸੈਂਟਰਲ ਏਸ਼ੀਆ ਜਿਹੜਾ ਹੈ, ਇਹ ਇਲਾਕਾ ਜਿਹੜਾ ਸੈਂਟਰਲ ਏਸ਼ੀਆ ਦਾ ਜਿਹੜਾ ਪੈਂਦਾ,
ਔਰ ਹੁਣ ਇਸ ਥਾਂ ਤੋਂ ਕਿਹੜੇ ਪਾਸੇ ਤੋਂ ਆਏ ਇਹਨਾਂ ਦੇ ਬਾਰੇ ਸਾਨੂੰ ਕੋਈ ਜਿਹੜਾ ਹੈ ਇਹ ਪੱਕਾ ਪਤਾ ਨਹੀਂ ਹੈ, ਲੇਕਿਨ ਇੰਨਾ ਸਾਨੂੰ ਜ਼ਰੂਰ ਹੈ ਕਿ ਉਹ ਕਿਸੇ ਇੱਕ ਥਾਂ ਤੇ ਰਹਿੰਦੇ ਹੋਣਗੇ। ਤੋ ਇਹ ਸੈਂਟਰਲ ਏਸ਼ੀਆ ਦਾ ਜਿਹੜਾ ਹਿੱਸਾ ਹੈ, ਯਾਨੀ ਕਿ ਇਸ ਥਾਂ ਤੇ ਕਿਤੇ ਆਰੀਆ ਲੋਕ ਜਿਹੜੇ ਨੇ ਰਹਿੰਦੇ ਸਨ। ਔਰ ਆਰੀਆ ਦਾ ਸ਼ਬਦ ਜਿਹੜਾ ਤੁਹਾਨੂੰ ਪਤਾ ਹੈ, ਤੁਸੀਂ ਪੜ੍ਹਿਆ ਹੈ ਕਿ ਹੁੰਦਾ ਹੈ ਸਭ ਤੋਂ ਸ੍ਰੇਸ਼ਟ, ਯਾਨੀ ਕਿ ਸਭ ਤੋਂ ਵਧੀਆ। ਤੋ ਇਹ ਜਿਹੜੀ ਇਹਨਾਂ ਦੀ ਨਸਲ ਸੀ, ਇਹ ਜਿਹੜੇ ਲੋਕ ਸਨ ਸਭ ਤੋਂ ਵਧੀਆ ਆਪਣੇ ਆਪ ਨੂੰ ਮੰਨਦੇ ਸਨ, ਆਪਣੀ ਸੱਭਿਅਤਾ ਨੂੰ, ਆਪਣੀ ਨਸਲ ਨੂੰ। ਤੋ ਇਹਨਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੁਝ ਲੋਕ ਜਿਹੜੇ ਨੇ ਇਹ ਯਾਨੀ ਕਿ ਯੂਰਪ ਵਾਲੀ ਪਾਸੇ ਇਹਨਾਂ ਦੀ ਇੱਕ ਸ਼ਾਖਾ ਚਲੀ ਗਈ, ਔਰ ਦੂਸਰੀ ਇੱਕ ਸ਼ਾਖਾ ਜਿਹੜੀ ਹੈ ਉਹ ਸਾਡੇ ਇੰਡੀਆ ਦੇ ਵੱਲ ਇੱਧਰ ਨੂੰ ਆ ਗਈ। ਤਾਂ ਇੱਥੇ ਅਸੀਂ ਜਾਣਦੇ ਹਾਂ ਕਿ ਇੱਥੇ ਪਹਿਲਾਂ ਸਿੰਧ ਘਾਟੀ ਦੇ ਲੋਕ ਰਹਿੰਦੇ ਸਨ। ਤੋ ਇਹ ਸਿੰਧ ਘਾਟੀ ਦੇ ਲੋਕਾਂ ਨੂੰ ਇਹ ਜਿਹੜੇ ਨੇ ਆਣ ਕੇ ਤਾਂ ਇਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਇਸ ਥਾਂ ਤੇ ਹੁੰਦੀ ਹੈ। ਔਰ ਇਹ ਕੋਈ ਇੱਕ ਵਾਰ ਦੇ ਵਿੱਚ ਨਹੀਂ ਆਏ, ਕਈ ਟੋਲਿਆਂ ਦੇ ਵਿੱਚ, ਕਈ ਸਾਲਾਂ ਦੇ ਵਿੱਚ, ਕਈ ਸਾਲ ਇਹਨਾਂ ਨੂੰ ਲੱਗ ਕੇ ਇੱਧਰ ਆਉਂਦੇ ਆ। ਤੋ ਇਸ ਤਰ੍ਹਾਂ ਆਪਾਂ ਦੂਸਰਾ ਜਿਹੜਾ ਪਾਠ ਹੈ ਬੱਚੋ, ਆਰੀਆ ਸੱਭਿਅਤਾ, ਉਹਦੇ ਵਿੱਚ ਜਿਹੜੇ ਆਰੀਅਨਸ ਲੋਕ ਆਏ ਨੇ ਉਹਨਾਂ ਦੇ ਜਿਹੜਾ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਸੱਭਿਅਤਾ ਦਾ ਜਿਹੜਾ ਕਾਲ ਹੈ ਉਹ ਵੀ ਅਸੀਂ ਦੇਖਦੇ ਹਾਂ ਕਿ 1500 BC ਤੋਂ ਲੈ ਕੇ ਤਾਂ 600 BC ਤੱਕ ਦਾ ਜਿਹੜਾ ਗਿਣਿਆ ਜਾਂਦਾ। ਸੋ ਇਸ ਤੋਂ ਜਿਹੜਾ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੇ ਆਰੀਅਨਸ ਲੋਕ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚ ਆਏ ਨੇ, ਉਸ ਤੋਂ ਪਹਿਲਾਂ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਸੱਭਿਅਤਾ ਜਿਹੜੀ ਸੀਗੀ ਉਹ ਸਿੰਧ ਘਾਟੀ ਦੀ ਸੱਭਿਅਤਾ ਸੀ। ਤੋ ਹੁਣ ਅਸੀਂ ਇੱਕ ਬੱਚੇ ਹੋਰ ਚੀਜ਼ ਦੇਖਣੀ ਹੈ, ਇਹ ਸਾਡੇ ਭਾਰਤ ਦਾ ਜਿਹੜਾ ਨਕਸ਼ਾ ਹੈ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਆਹ ਜਿਹੜੇ ਦੇਖੋ ਇਹ ਵਾਲੀ ਜਿਹੜੀ ਰੇਂਜ ਹੈ ਇੱਥੇ, ਇਹ ਹਿਮਾਲਿਆ ਦੀ ਰੇਂਜ ਹੈ, ਔਰ ਇਹਦੀ ਉਚਾਈ ਇੰਨੀ ਕੁ ਜ਼ਿਆਦਾ ਉੱਚੀ ਹੈ ਕਿ ਦੁਨੀਆ ਵਿੱਚ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਮਾਊਂਟ ਐਵਰੈਸਟ, ਉਹ ਵੀ ਇੱਥੇ ਹੀ ਸਥਿਤ ਹੈ ਇਸ ਥਾਂ ਤੇ। ਤੋ ਬਹੁਤ ਉੱਚੇ ਉੱਚੇ ਪਹਾੜ ਨੇ, ਇਹਨਾਂ ਨੂੰ ਕਦੇ ਵੀ ਪਾਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਾਨੂੰ ਇਸ ਸਾਈਡ ਤੋਂ ਕਦੀ ਵੀ ਜਿਹੜਾ ਹੈ ਹਮਲਾ ਆਪਣੇ ਇਤਿਹਾਸ ਦੇ ਵਿੱਚ ਨਹੀਂ ਹੋਇਆ। ਤੋ ਜਿੰਨੇ ਵੀ ਵਿਦੇਸ਼ੀ ਆਉਂਦੇ ਸਨ ਉਹ ਸਾਡੇ ਇਸ ਰਸਤੇ ਤੋਂ ਆਉਂਦੇ ਸਨ। ਕਿਉਂ ਆਉਂਦੇ ਸਨ? ਕਿਉਂਕਿ ਇਧਰੋਂ ਆਹ ਦੇਖੋ ਪਮੀਰ ਦੀ ਗੰਢ ਹੈ, ਔਰ ਇਹ ਜਿਹੜੇ ਪਹਾੜ ਜਿਹੜੇ ਨੇ ਇੱਥੇ ਵੀ ਉੱਚੇ ਉੱਚੇ ਨੇ। ਤੋ ਇਹ ਜਿਹੜੀਆਂ ਸ਼ਾਖਾਵਾਂ ਇੱਧਰ ਨੇ ਇਹਨਾਂ ਪਹਾੜੀਆਂ ਦੀਆਂ, ਇੱਥੇ ਜਿਹੜੀਆਂ ਦੇਖੋ ਅਲੱਗ-ਅਲੱਗ ਪਹਾੜੀਆਂ ਦੀਆਂ ਜਿਹੜੀਆਂ ਸ਼ਾਖਾਵਾਂ ਨੇ ਇੱਥੋਂ ਤੱਕ ਚਲੀਆਂ ਆਉਂਦੀਆਂ ਨੇ, ਲੇਕਿਨ ਇਹਨਾਂ ਪਹਾੜੀਆਂ ਦੇ ਵਿੱਚੋਂ ਦੀ ਕੁਝ ਰਸਤੇ ਛੋਟੇ ਛੋਟੇ ਬਣੇ ਹੋਏ ਨੇ। ਇਹ ਤੁਸੀਂ ਆਪਣੇ 10ਵੀਂ ਕਲਾਸ ਦੇ ਦੌਰਾਨ ਵੀ ਪੜ੍ਹਿਆ ਹੋਏਗਾ। ਤੇ ਇੱਥੇ ਜਿਹੜੇ ਰਸਤੇ ਬਣੇ ਹੁੰਦੇ ਨੇ ਪਹਾੜਾਂ ਦੇ ਵਿੱਚ, ਉਹਨਾਂ ਨੂੰ ਕਹਿੰਦੇ ਨੇ ਦर्रे ਬੋਲਿਆ ਜਾਂਦਾ ਹੈ। ਤੋ ਇੱਥੇ ਜਿਹੜਾ ਹੈ ਇੱਕ ਮਸ਼ਹੂਰ ਦर्रा ਹੈ ਖੈਬਰ ਦर्रा ਹੈ। ਤੋ ਇਸ ਰਸਤੇ ਬਹੁਤ ਸਾਰੇ ਜਿਹੜੇ ਹਮਲਾਵਰ ਨੇ ਇਹਨਾਂ ਦੇਸ਼ਾਂ ਚੋਂ, ਇਹ ਜਿਹੜੇ ਦੂਸਰੇ ਦੇਸ਼ ਹੈਗੇ ਨੇ, ਇੱਥੇ ਇਹ ਯੂਨਾਨ ਹੈ, ਇਹ ਤੁਰਕੀ ਹੈ, ਇਹ ਅਰਬ ਹੈ, ਔਰ ਇਹ ਵਾਲਾ ਇਲਾਕਾ ਜਿਹੜਾ ਹੈ ਇਹ ईरान है, ईरान, अरब और तुर्की, और ये यूनान, ते इत्थे नाल आ वाला जिहड़ा हिस्सा है ये रोम है, रोम। तो ये जिहड़े लोग ने, यानी कि ये जिन्ने भी इत्थे शासक होए ने, जिहड़े तकड़े तकड़े शासक सीगे, वो अपना जिहड़ा है इलाका वधाउंदे वधाउंदे जिहड़े ने ये आंदे सी, और भारत दे विच हमला करने वास्ते इन्हां रस्तियां चों दाखल जिहड़े हुंदे। तो इत्थे जिहड़ा दर्रा सी, रस्ता जिधर तो लंघदे सीगे, वो सीगे खैबर, गोमल, टोची और बोलान। ये बच्चे दर्रे सीगे इत्थे, जिन्हां रस्तियां दे विचों वो आंदे सी। इस दर्रियां दे जरिए आके वो सब तो पहला इत्थे पंजाब दा जिहड़ा हिस्सा है, इत्थे पंजाब है, और पंजाब दे नाल उन्हां दा टकराव हुंदा सी, जिहड़ा भी इत्थे शासक हुंदा सी जां जिहड़े भी लोग इत्थे रहिंदे सन। तो इस करके इस एरिए ने अगर इन्हां दा मुकाबला बाहरले हमलावरां दा कर लिया तां बाहरला हमलावर जिहड़ा है वो अगांह नहीं सी वध सकदा। लेकिन जदों इत्थे अगर कोई शासक कमजोर हुंदा सी ਤਾਂ ਉਹ ਜਿਹੜੇ ਸ਼ਾਸਕ ਹੈ ਬਾਹਰੋਂ ਹਮਲਾਵਰ ਜਿਹੜਾ ਆਂਦਾ ਸੀਗਾ, ਉਹ ਸਾਰੇ ਹਿੰਦੁਸਤਾਨ ਦੇ ਅੱਗੇ ਜਿੱਥੋਂ ਤੱਕ ਵੀ ਜਾ ਸਕਦਾ ਸੀ ਉਹ ਜਿੱਤਦਾ ਹੋਇਆ ਅੱਗੇ ਨੂੰ ਚਲਾ ਜਾਂਦਾ ਸੀ। ਤੋ ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ
कि आर्यन सभ्यता जिहड़ी है वो भी देखो इस सेंट्रल एशिया दे विचों आए ने वो, और जदों इधर आए ने टोले बन के तां इत्थे जिहड़ी सीगी हुंदी उस समय किहड़ी सभ्यता हुंदी सीगी, ते हुंदी सी पहला इंडस वैली सिविलाइजेशन। इंडस वैली सिविलाइजेशन यानी कि सिंधु घाटी की सभ्यता इस इलाके दे विच हुंदी सी। तो ये जदों आए ने आर्यंस तां इत्थों आके इन्हां नूं जिहड़ा है इत्थों हौली हौली करके उन्हां जिहड़ा है हमले कीते, और ये अगे जिहड़े ने गांह तो गांह शिफ्ट हुंदे गए, और ये जिहड़ा इलाका है हौली हौली जिहड़ा है आर्यन लोगां दे इत्थे कब्जा हो जाता है, और ये सारा इलाका जिहड़ा है आर्यन लोगां दा इत्थे कब्जा हो जाता है। और जिथे आपां कहंदे कि शुरुआत हुंदी है आर्य सभ्यता दी, आर्य सभ्यता। और आर्य सभ्यता जिहड़ी है वो असी इस अपने किताब दे जिहड़े लैसन है दूसरा उहदे विच चंगी तरह जिहड़ा पढ़ चुके हाँ। तो मेन समझाउण दा मकसद जिहड़ा ही नक्शा ये सीगा कि साडे देश दे विच जिन्ने भी हमलावर आए ने वो इन्हां रस्तियां दे थाणी जिहड़े है आंदे सीगे, जिहड़े कि इत्थे छोटे छोटे जिहड़े ने दर्रे बने सी जिहड़े कि पहाड़ां दे विचों निकलण दे रस्ते सीगे। और हमेशा यह वाला खेतर जिहड़ा है हमेशा ही जंग का मैदान जिहड़ा है बनया रहिंदा सी, और जिहड़ा हमलेवर अगाह निकल जांदे सीगे और हौली हौली कोशिश करदा सी सारे हिंदुस्तान दे उत्ते अपना कब्जा करन दी। तो लेकिन कोई भी जिहड़े शासक ने वो साडे समुंदर रस्ते जिहड़े ने नहीं आए, सिर्फ ईस्ट इंडिया कंपनी जिहड़ी है उस अखीर दे विच जदों अंग्रेजां दा राज सी वो पहली दफा जिहड़े ने समुंदर रस्ते आए ने, अदरवाइज जिन्ने भी शासक सन आंदे रहे ने और इत्थे जिहड़े ने हमले करते रहे। और ये जिहड़ी एक कमजोर रग सीगी हिंदुस्तान दी, लेकिन इसनूं खड़ग पूजा भी कहा जाता है। खड़ग पूजा, खड़ग का मतलब तलवार। अगर इस खड़ग ने बाहरी आक्रमणों तो जिहड़ी अगर सुरक्षा कर लई तो सारा हिंदुस्तान जिहड़ा सुरक्षित रहिंदा सी। अगर वो इत्थों दा शासक कमजोर होवे तां बाहरी हमलावर जिहड़ा है फटाफट आके तां बाकी छोटे छोटे शासकां नूं कब्जे करके तो सारा इलाका जिहड़ा अपने कब्जे दे हेठ लै लैंदा सी। तो इस तरह असीं देखदे हां कि उत्तर पश्चिमी यानी कि ये उत्तर दा भाग है जिहड़ा कि साडे भारत दा है इन्ना हिस्सा, तो ये जिहड़ा है पश्चिम दा हिस्सा है। तो इस करके आपां उत्तर पश्चिम जिहड़ा है सीमा जिहड़ी है यह वाला उत्तर पश्चिमी सीमा है, हमेशा इस साइड तो जिहड़े ने जिन्ने भी हमलावर ने वो सारे ही आंदे रहे ने। तो इसे तरह असी आने वाले समय दे विच भी जानकारी तुहाडे नाल साझी करते रहांगे। तां अज दी सिर्फ इन्नी ही जानकारी, अगली जानकारी वास्ते असी एक होर वीडियो तुहाडे सामने लैके आवांगे इस चैप्टर दे नाल रिलेटेड। तो तद तक लई बच्चों बहुत बहुत धन्नवाद।